ਸਟਾਰਟ ਕਰਦੇ ਹਾਂ। ਇੱਕ ਵਾਰੀ ਸਭ ਦੇ ਮਾਈਕ ਮੈਂ ਮਿਊਟ ਕਰਨ ਲੱਗਿਆ। ਸੋ ਪਹਿਲੀ ਵੀਡੀਓ ਦੇ ਵਿੱਚ ਆਪਾਂ ਪਹਿਲੀ ਮੀਟਿੰਗ ਦੇ ਵਿੱਚ ਜੋ ਰੀਜ਼ਨਿੰਗ ਦੀ ਲਗਾਈ ਸੀ, ਉਹਦੇ ਵਿੱਚ ਆਪਾਂ ਐਨਾਲੋਜੀ ਦੇ ਫਰਸਟ ਪਾਰਟ ਵਰਡ ਐਨਾਲੋਜੀ ਨੂੰ ਕੰਪਲੀਟ ਕੀਤਾ ਸੀ। ਕਿਉਂਕਿ ਆਪਾਂ ਜਾਣਦੇ ਹਾਂ 4 ਟਾਈਪਸ ਹੁੰਦੀਆਂ ਐਨਾਲੋਜੀ ਦੀਆਂ। ਪਹਿਲੀ ਹੈ ਵਰਡ ਐਨਾਲੋਜੀ, ਦੂਸਰੀ ਹੈ ਐਲਫਾਬੈਟ ਐਨਾਲੋਜੀ ਜਿਹਨੂੰ ਅੱਖਰ ਸਮਰੂਪਤਾ ਕਹਿੰਦੇ ਆ, ਥਰਡ ਹੈ ਸੰਖਿਆ ਸਮਰੂਪਤਾ ਜਿਹਨੂੰ ਨੰਬਰ ਐਨਾਲੋਜੀ ਕਹਿੰਦੇ ਆ, ਔਰ ਫੋਰਥ ਹੈ ਅੱਖਰ ਸੰਖਿਆ ਸਮਰੂਪਤਾ ਐਲਫਾਬੈਟ ਨੰਬਰ ਐਨਾਲੋਜੀ। ਅੱਜ ਆਪਾਂ 2 ਐਨਾਲੋਜੀ ਬਾਰੇ ਹੋਰ ਡਿਸਕਸ ਕਰਾਂਗੇ, ਅੱਖਰ ਐਨਾਲੋਜੀ ਮਤਲਬ ਐਲਫਾਬੈਟ ਐਨਾਲੋਜੀ ਔਰ ਸੰਖਿਆ ਐਨਾਲੋਜੀ ਮਤਲਬ ਨੰਬਰ ਐਨਾਲੋਜੀ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਔਰ ਨਾਲ ਹੀ ਉਹਦੇ ਬੇਸ ਮੈਂ ਬਣਾਇਆ, ਉਹ ਤੁਸੀਂ ਉਹਨਾਂ ਦੇ ਆਨਸਰ ਦਿਓਗੇ। ਸੋ ਸਟਾਰਟ ਕਰਦੇ ਹਾਂ। ਅੱਖਰ ਐਨਾਲੋਜੀ, ਐਲਫਾਬੈਟ ਐਨਾਲੋਜੀ ਹੈ ਕਿ ਬੇਸਿਕਲੀ ਜੋ ਇਹ ਐਲਫਾਬੈਟ ਐਨਾਲੋਜੀ ਹੈ ਉਹ ਅੰਗਰੇਜ਼ੀ ਵਰਨਮਾਲਾ ਉੱਪਰ ਆਧਾਰਿਤ ਹੈ। ਸਿਰਫ ਆਪਾਂ ਨੂੰ ਅੰਗਰੇਜ਼ੀ ਵਰਨਮਾਲਾ ਉੱਪਰ ਹੀ ਕੁਐਸਚਨ ਆਣਗੇ, ਨਾ ਹੀ ਪੰਜਾਬੀ ਵਰਨਮਾਲਾ ਤੇ ਆਣਗੇ, ਨਾ ਹੀ ਹਿੰਦੀ ਵਰਨਮਾਲਾ ਤੇ। ਠੀਕ ਹੈ, ਐਲਫਾਬੈਟ ਐਨਾਲੋਜੀ ਜੋ ਆਏਗੀ ਉਹ ਇੰਗਲਿਸ਼ ਲੈਂਗੁਏਜ ਤੇ ਆਏਗੀ। ਜੋ ਵੀ ਇੰਗਲਿਸ਼ ਦੇ ਐਲਫਾਬੈਟ ਆ, 26 ਐਲਫਾਬੈਟ ਆ, ਉਹਨਾਂ ਉੱਪਰ ਹੀ ਘੁੰਮ ਘੁਮਾ ਕੇ ਪੁੱਛੀ ਜਾਏਗੀ। ਸੋ ਇੱਕ ਸੀਕੁਐਂਸ ਹੈ, ਜਿਵੇਂ ਕਿ ਆਪਾਂ ਜਾਣਦੇ ਹਾਂ A to Z ਤੱਕ 1 ਤੋਂ ਲੈ ਕੇ 26 ਤੱਕ ਵਰਡ ਆ, ਉਹਨਾਂ ਦੀ ਸੀਕੁਐਂਸ ਲਿਖੀ ਹੋਈ ਆ। A ਪਹਿਲਾ ਹੈ, B ਦੂਸਰਾ ਹੈ, C ਤੀਸਰਾ ਹੈ, D ਚੌਥਾ ਹੈ, ਐਵੇਂ ਹੀ Z 26ਵਾਂ ਹੈ। ਠੀਕ ਹੈ, ਅਗਰ ਆਪਾਂ ਇਹਨਾਂ ਨੂੰ ਉਲਟਾ ਪੜ੍ਹਦੇ ਹਾਂ ਤਾਂ Z ਜੋ ਹੈ ਪਹਿਲਾ ਹੈ, ਔਰ Y ਜੋ ਹੈ ਦੂਸਰਾ ਹੈ, ਔਰ A ਜੋ ਹੈ 26ਵਾਂ ਹੈ, ਔਰ B 25ਵਾਂ ਹੈ। ਠੀਕ ਹੈ, ਇਹ ਦੋਨੋਂ ਸਾਈਡ ਤੋਂ ਤੁਹਾਨੂੰ ਯਾਦ ਰੱਖਣੇ ਪੈਣਗੇ ਕਿ ਇਹਨਾਂ ਦੀ ਸੀਕੁਐਂਸ ਕੀ ਹੈ। ਠੀਕ ਹੈ, A ਦਾ Z ਜੋ A ਦਾ ਆਪੋਜ਼ਿਟ ਜੋ ਹੈ ਉਹ Z ਹੈ, ਕਿਉਂਕਿ A ਇਧਰੋਂ ਪਹਿਲੇ ਨੰਬਰ ਤੇ ਹੈ। ਆਪਾਂ ਅਗਰ ਐਲਫਾਬੈਟ ਨੂੰ ਜੋ ਐਲਫਾਬੈਟ ਰੀਅਲ ਦੇ ਵਿੱਚ ਆ ਉਹਨਾਂ ਨੂੰ ਪੜ੍ਹੀਏ ਤਾਂ A ਪਹਿਲੇ ਆਉਂਦਾ ਹੈ। ਅਗਰ ਆਪਾਂ ਉਲਟੀ ਦਿਸ਼ਾ ਵਿੱਚ ਪੜ੍ਹੀਏ ਤਾਂ ਕੀ ਆਉਂਦਾ, Z ਪਹਿਲੇ। ਇਸ ਲਈ A ਦਾ ਜੋ ਆਪੋਜ਼ਿਟ ਹੈ ਉਹ Z ਹੈ। ਉਵੇਂ B ਦਾ ਆਪੋਜ਼ਿਟ ਕੀ ਹੋਏਗਾ, Y, C ਦਾ ਆਪੋਜ਼ਿਟ ਕੀ ਹੋਏਗਾ, X। ਠੀਕ ਹੈ, ਇਹ ਵੀ ਤੁਹਾਨੂੰ ਯਾਦ ਰੱਖਣਾ ਪਏਗਾ ਕਿ A ਦਾ ਆਪੋਜ਼ਿਟ ਕੀ ਹੈ, B ਦਾ ਕੀ ਹੈ, C ਦਾ ਕੀ ਹੈ, D ਦਾ ਕੀ ਹੈ। ਠੀਕ ਹੈ, ਫਿਰ ਕੀ ਹੁੰਦਾ, ਵੋਵਲ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਸਵਰ ਕਹਿੰਦੇ ਆ। ਇੰਗਲਿਸ਼ ਲੈਂਗੁਏਜ ਵਿੱਚ 5 ਵੋਵਲ ਨੇ, A, E, I, O ਔਰ U। ਇਹ 5 ਵੋਵਲ ਨੇ, ਔਰ ਬਾਕੀ ਜੋ ਰੈਸਟ 21 ਨੇ, ਬਾਕੀ ਜੋ ਐਲਫਾਬੈਟ ਬਚਦੇ ਆ ਉਹਨਾਂ ਨੂੰ ਕੌਨਸੋਨੈਂਟ ਮਤਲਬ ਵਿਅੰਜਨ ਕਿਹਾ ਜਾਂਦਾ ਹੈ। ਠੀਕ ਹੈ, ਕਈ ਵਾਰੀ ਇਹ ਹੀ ਆਉਂਦਾ ਡਾਇਰੈਕਟ ਕੁਐਸਚਨ, ਸਿੱਧਾ ਵੋਵਲ ਲਿਖੇ ਹੁੰਦੇ ਆ, ਵੋਵਲਾਂ ਨੂੰ ਘੁਮਾ ਫਿਰਾ ਕੇ ਲਿਖਿਆ ਹੁੰਦਾ ਹੈ ਔਰ ਆਪਾਂ ਨੂੰ ਚੂਜ਼ ਕਰਨੀ ਹੁੰਦੀ ਆ ਆਪਸ਼ਨ। ਠੀਕ ਹੈ, ਫਿਰ ਕਿਸੇ ਕੁਐਸਚਨ ਵਿੱਚ ਐਵੇਂ ਹੁੰਦਾ ਕਿ ਡਾਇਰੈਕਟ ਬਿਨਾ ਵੋਵਲ ਤੋਂ ਕੌਨਸੋਨੈਂਟ ਲਿਖੇ ਹੁੰਦੇ ਆ ਇੱਕ ਸੀਕੁਐਂਸ ਵਿੱਚ। ਉਹਨਾਂ ਕੌਨਸੋਨੈਂਟ ਨੂੰ ਵੇਖ ਕੇ ਆਪਾਂ ਨੂੰ ਆਪਸ਼ਨ ਦੇ ਵਿੱਚੋਂ ਚੂਜ਼ ਕਰਨਾ ਪੈਂਦਾ ਹੈ ਕਿ ਕਿਹੜੀ ਆਪਸ਼ਨ ਕਰੈਕਟ ਹੋਏਗੀ। ਇੱਕ ਟ੍ਰਿਕ ਹੈ ਇਹ ਸੀਕੁਐਂਸ ਨੂੰ ਯਾਦ ਰੱਖਣ ਦੀ, ਜੋ 1 ਤੋਂ ਲੈ ਕੇ 26 ਤੱਕ ਹੈ। EJOTY, ਜੋਟੀ। E ਜੋ ਹੈ 5 ਨੰਬਰ ਤੇ ਆਂਦਾ ਹੈ, J ਜੋ ਹੈ 10 ਨੰਬਰ ਤੇ ਆਂਦਾ ਹੈ, O ਜੋ ਹੈ 15 ਤੇ ਆਂਦਾ ਹੈ, T ਜੋ ਹੈ 20 ਤੇ ਆਂਦਾ ਹੈ, ਔਰ Y ਜੋ ਹੈ 25 ਤੇ ਆਂਦਾ ਹੈ। ਅਗਰ ਤੁਸੀਂ ਇਸ ਸੀਕੁਐਂਸ ਨੂੰ, ਇਸ ਟ੍ਰਿਕ ਨੂੰ ਯਾਦ ਰੱਖ ਲਿਆ ਤਾਂ ਤੁਹਾਨੂੰ ਐਲਫਾਬੈਟ ਜੋ ਹੈ ਉਹ ਜੋ ਉਹਨਾਂ ਦੀ ਰੀਅਲ ਵਿੱਚ ਸੀਕੁਐਂਸ ਹੈ ਉਹਨਾਂ ਨੂੰ ਯਾਦ ਰੱਖਣਾ ਸੌਖਾ ਹੋ ਜਾਏਗਾ। ਮੰਨ ਲਓ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ H ਦਾ ਕਿੰਨਾ ਨੰਬਰ ਹੈ। ਠੀਕ ਹੈ, ਤੁਹਾਨੂੰ ਅਗਰ ਯਾਦ ਹੈ J ਦਾ 10 ਹੈ ਤਾਂ J ਤੋਂ 2 ਪਹਿਲਾਂ ਆਂਦਾ 8, ਤਾਂ H ਦਾ ਨੰਬਰ ਆਏਗਾ 8। ਠੀਕ ਹੈ, ਇਹ ਟ੍ਰਿਕ ਤੁਸੀਂ ਯਾਦ ਰੱਖ ਲਿਓ। ਨੈਕਸਟ ਦੇਖਦੇ ਹਾਂ ਕਿ ਇਹਨਾਂ ਉੱਪਰ ਕਿਵੇਂ ਦੇ ਕੁਐਸਚਨ ਪੁੱਛੇ ਜਾਂਦੇ ਆ। ਕੁਝ ਐਗਜ਼ਾਮਪਲਾਂ ਐਲਫਾਬੈਟ ਜੋ ਐਨਾਲੋਜੀ ਆ ਉਹਦੇ ਉੱਪਰ। ਠੀਕ ਹੈ, ਫਰਸਟ ਐਗਜ਼ਾਮਪਲ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਟਰਮ ਦਿੱਤੀਆਂ ਹੋਈਆਂ 4, ਤੁਹਾਨੂੰ ਪੇਪਰ ਦੇ ਵਿੱਚ 3 ਦਿੱਤੀਆਂ ਜਾਣਗੀਆਂ ਜਾਂ 2 ਦਿੱਤੀਆਂ ਜਾਣਗੀਆਂ, ਤੁਸੀਂ ਬਾਕੀ ਚੂਜ਼ ਕਰਨੀਆਂ ਹੋਣਗੀਆਂ ਆਪਸ਼ਨ ਦੇ ਵਿੱਚੋਂ। ਪਹਿਲਾ ਕੁਐਸਚਨ ਦੇਖਦੇ ਹਾਂ। ਪਹਿਲੀ ਟਰਮ ਹੈ ACEG, ਰੇਸ਼ੋ BDFH, ਡਬਲ ਰੇਸ਼ੋ CEGI, ਰੇਸ਼ੋ DEHJ। ਹੁਣ ਇਹਦੇ ਵਿੱਚ ਕੀ ਉਹਨਾਂ ਨੇ ਟ੍ਰਿਕ ਵਰਤੀ ਹੈ, ਕੀ ਚੀਜ਼ ਵਰਤੀ ਹੈ, ਜੋ ਵੀ ਡਾਊਟ ਹੈ ਉਹ ਤੁਸੀਂ ਇੱਕ ਵਾਰੀ ਨੋਟ ਡਾਊਨ ਕਰ ਲਓ, ਮੈਂ ਬਾਅਦ ਚ ਰਿਪੀਟ ਕਰਾਂਗਾ। ਇੱਕ ਵਾਰੀ ਤੁਹਾਨੂੰ ਐਗਜ਼ਾਮਪਲ ਸਮਝਾ ਕੇ ਇਹਦੇ ਵਿੱਚ ਕੀ ਟ੍ਰਿਕ ਯੂਜ਼ ਕੀਤੀ ਹੈ। ਅਗਰ ਪਹਿਲੀਆਂ 2 ਟਰਮਸ ਨੂੰ ਦੇਖੀਏ ਆਪਾਂ, ਇਹਨਾਂ ਨੂੰ ਦੇਖੋ, A ਤੋਂ ਬਾਅਦ ਉਹਨਾਂ ਨੇ ਫਰਸਟ ਵਰਡ ਯੂਜ਼ ਕੀਤਾ B, ਮਤਲਬ 1 ਪਲੱਸ ਕੀਤਾ। ਠੀਕ ਹੈ, ਔਰ ਉਸ ਤੋਂ ਬਾਅਦ C ਤੋਂ ਬਾਅਦ ਯੂਜ਼ ਕੀਤਾ D,
C ਤੋਂ ਬਾਅਦ D ਯੂਜ਼ ਕੀਤਾ, ਮਤਲਬ ਇਹਦੇ ਵਿੱਚ ਵੀ 1 ਪਲੱਸ ਕੀਤਾ। E ਤੋਂ ਬਾਅਦ F ਯੂਜ਼ ਕੀਤਾ, ਉਹਦੇ ਵਿੱਚ ਵੀ 1 ਪਲੱਸ ਕੀਤਾ। ਔਰ G ਤੋਂ ਬਾਅਦ H ਯੂਜ਼ ਕੀਤਾ, ਉਹਦੇ ਵਿੱਚ ਵੀ 1 ਪਲੱਸ ਕੀਤਾ। ਲੇਕਿਨ ਆ ਜੋ ਟਰਮ ਯੂਜ਼ ਕੀਤੀ ਹੋਈ ਹੈ ACEG, ਇਹਨੂੰ ਵੀ ਦੇਖਣਾ ਪਏਗਾ। ਇਹਦੇ ਵਿੱਚ ਕੀ ਯੂਜ਼ ਕੀਤਾ? A ਜੋ ਹੈ ਪਹਿਲਾ ਵਰਡ ਹੈ, C ਜੋ ਹੈ ਤੀਸਰਾ ਵਰਡ ਹੈ, ਔਰ E ਜੋ ਹੈ ਪੰਜਵਾਂ ਹੈ, ਔਰ G ਸੱਤਵਾਂ ਹੈ। ਉਵੇਂ ਹੀ ਇਸ ਟਰਮ ਦੇ ਵਿੱਚ B ਦੂਸਰਾ ਹੈ, D ਚੌਥਾ ਹੈ, F ਛੇਵਾਂ, H ਅੱਠਵਾਂ। ਮਤਲਬ ਇਹਨਾਂ ਵਿੱਚ ਵੀ ਇੱਕ ਇੱਕ ਦਾ ਗੈਪ ਹੈ। ਔਰ ਦੂਸਰੀ ਟਰਮ ਦੇਖਦੇ ਹਾਂ ਜੋ ਡਬਲ ਰੇਸ਼ੋ ਤੋਂ ਬਾਅਦ ਹੈ, CEGHI, ਇਹਨਾਂ ਵਿੱਚ ਕੀ ਹੈ? ਇੱਕ ਇੱਕ ਦਾ ਇੱਥੇ ਵੀ ਗੈਪ ਹੈ। ਔਰ ਅਗਰ ਇਹਨਾਂ ਦੀ ਗੱਲ ਕਰੀਏ ਤਾਂ ਇੱਕ ਇੱਕ ਦਾ ਇੱਥੇ ਵੀ ਗੈਪ ਹੈ, ਠੀਕ ਹੈ। ਔਰ ਅਗਰ ਦੋਨਾਂ ਟਰਮਸ ਦੀ ਗੱਲ ਕਰੀਏ ਤਾਂ ਇੱਕ ਇੱਕ ਪਲੱਸ ਦਾ ਗੈਪ ਹੈ ਦੋਵਾਂ ਵਿੱਚ। ਸੇਮ ਜਿਵੇਂ ਇੱਥੇ ਰੂਲ ਫੋਲੋ ਹੋਇਆ ਉਵੇਂ ਹੀ ਇੱਥੇ ਹੋਇਆ ਰੂਲ ਫੋਲੋ। ਨੈਕਸਟ ਕੁਐਸਚਨ ਕਿਵੇਂ ਦੀ ਟਾਈਪ ਦਾ ਆਉਂਦਾ ਹੈ ਕਿ ਜੋ ਪਹਿਲੀ ਟਰਮ ਦਿੱਤੀ ਹੋਈ ਹੈ ਉਹਨੂੰ ਡਾਇਰੈਕਟ ਉਲਟਾ ਘੁਮਾ ਕੇ ਲਿਖ ਦਿੱਤਾ ਜਾਂਦਾ ਹੈ। ਜਿਵੇਂ ਡੋਗ ਦਿੱਤਾ ਹੋਇਆ, ਉਹਨੂੰ ਗੋਡ ਕਰਕੇ ਲਿਖਤਾ, ਉਹਦੀ ਜੋ ਪੋਜੀਸ਼ਨ ਸੀ ਉਹੀ ਰਹਿਣ ਦਿੱਤੀ। ਡੀ ਜੋ ਪਹਿਲੇ ਨੰਬਰ ਤੇ ਸੀ ਉਹਨੂੰ ਲਾਸਟ ਵਿੱਚ ਕਰਤਾ, ਔਰ ਜੀ ਜੋ ਲਾਸਟ ਨੰਬਰ ਤੇ ਸੀ ਉਹਨੂੰ ਪਹਿਲੇ ਨੰਬਰ ਤੇ ਕਰਤਾ। ਸੈਕਿੰਡ ਦੇ ਵਿੱਚ ਵੇਖਦੇ ਹਾਂ ਰੈਟ ਔਰ ਟਾਰ। ਰੈਟ ਦੇ ਵਿੱਚ ਏ ਦੀ ਜੋ ਪੋਜੀਸ਼ਨ ਹੈ ਉਹਨੂੰ ਸੇਮ ਰਹਿਣ ਦਿੱਤਾ, ਆਰ ਨੂੰ ਜੋ ਹੈ ਫਰਸਟ ਨੂੰ ਐਂਡ ਤੇ ਕਰਤਾ, ਔਰ ਟੀ ਜੋ ਐਂਡ ਤੇ ਸੀ ਉਹਨੂੰ ਫਰਸਟ ਤੇ ਕਰਤਾ, ਠੀਕ ਹੈ। ਨੈਕਸਟ ਕੁਐਸਚਨ ਕਿਵੇਂ ਦਾ ਪੁੱਛਿਆ ਜਾਂਦਾ ਹੈ? ਇੱਕ ਸਕੁਅਰ ਰੂਟ ਦੇ ਵਿੱਚ ਕੁਝ ਐਲਫਾਬੈਟ ਲਿਖੇ ਜਾਂਦੇ ਆ, ਉਹਨਾਂ ਦੇ ਇਕੁਅਲ ਕੁਝ ਐਲਫਾਬੈਟ ਲਿਖ ਦਿੱਤਾ ਜਾਂਦਾ ਹੈ। ਜਿਵੇਂ ਫਰਸਟ ਟਰਮ ਦਿੱਤੀ ਹੋਈ ਆ CO ਐਗਜ਼ਾਮਪਲ ਦੇਖ ਰਹੇ ਹਾਂ, ਐਡ ਦਿੱਤਾ ਹੋਇਆ, ਉਹਨੂੰ ਸਕੁਅਰ ਰੂਟ ਦੇ ਵਿੱਚ ਬੰਦ ਕਰਕੇ ਉਹ ਇਕੁਅਲ ਲਿਖ ਦਿੱਤਾ L। ਰੇਸ਼ੋ AFI, ਉਹਨੂੰ ਸਕੁਅਰ ਰੂਟ ਦੇ ਵਿੱਚ ਲਿਖ ਕੇ M ਲਿਖ ਦਿੱਤਾ ਹੈ। ਉਵੇਂ ਹੀ ABA ਨੂੰ ਸਕੁਅਰ ਰੂਟ ਦੇ ਵਿੱਚ ਲਿਖ ਕੇ K ਲਿਖ ਦਿੱਤਾ, ਔਰ ਐਡ ਨੂੰ ਲਿਖ ਕੇ L ਲਿਖ ਦਿੱਤਾ, ਠੀਕ ਹੈ। ਹੁਣ ਇਹਨਾਂ ਦਾ ਮਤਲਬ ਕੀ ਹੈ ਉਹ ਆਪਾਂ ਦੇਖਦੇ ਹਾਂ ਕਿਵੇਂ ਇਹਨਾਂ ਨੇ ਐਡ ਨੂੰ ਲਿਖ ਕੇ L ਲਿਖਿਆ, AFI ਨੂੰ ਲਿਖ ਕੇ M ਲਿਖਿਆ। ਦੇਖੋ, ਅਗਰ ਆਪਾਂ ਐਲਫਾਬੈਟ ਨੂੰ ਇੱਕ ਸੀਕੁਐਂਸ ਦੇ ਵਿੱਚ ਲਿਖਦੇ ਹਾਂ A to Z, ਤਾਂ A ਜੋ ਹੈ ਪਹਿਲੇ ਨੰਬਰ ਤੇ ਆਉਂਦਾ ਹੈ, ਠੀਕ ਹੈ, ਔਰ D ਜੋ ਹੈ ਚੌਥੇ ਨੰਬਰ ਤੇ ਆਉਂਦਾ ਹੈ। ਤਾਂ ਉਹਨਾਂ ਦੀ ਜੋ ਪੋਜੀਸ਼ਨ ਸੀ ਉਹਨਾਂ ਨੂੰ ਉਵੇਂ ਲਿਖਤਾ। A ਦੀ 1 ਸੀ ਔਰ D ਦੀ 4 ਸੀ, ਔਰ ਫਿਰ D ਆਇਆ ਉਹਦੀ 4 ਲਿਖਤੀ। ਹੁਣ 144 ਕਿੰਦਾ ਸਕੁਅਰ ਰੂਟ ਹੈ? 12 ਦਾ। 12 ਨੰਬਰ ਤੇ ਕਿਹੜਾ ਐਲਫਾਬੈਟ ਹੈ? L, ਠੀਕ ਹੈ। ਉਵੇਂ ਹੀ AFI ਦੇ ਵਿੱਚ ਕੀ ਕੀਤਾ? A ਦੀ ਪੋਜੀਸ਼ਨ ਹੈ 1, F ਦੀ ਕੀ ਹੈ 6, ਔਰ I ਦੀ 9। ਹੁਣ 169 ਕਿੰਦਾ ਸਕੁਅਰ ਰੂਟ ਹੈ? 13 ਦਾ, ਔਰ 13 ਨੰਬਰ ਤੇ ਕਿਹੜਾ ਐਲਫਾਬੈਟ ਹੈ? M। ਐਵੇਂ ਕੀ ਕੀਤਾ? ABA, A ਦੀ ਪੋਜੀਸ਼ਨ 1 ਹੈ, B ਦੀ 2 ਹੈ, ਔਰ ਫਿਰ A ਆ ਰਿਹਾ ਉਹਦੀ 1 ਹੈ। ਹੁਣ 121 ਸਕੁਅਰ ਰੂਟ ਹੈ 11 ਦਾ, 11 ਨੰਬਰ ਤੇ ਕਿਹੜਾ ਐਲਫਾਬੈਟ ਹੈ? K। ਐਵੇਂ ਹੀ ਐਡ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਹੁਣ ਇਹਨਾਂ ਨੇ ਇੱਥੇ L ਆਇਆ, ਇੱਥੇ M ਆਇਆ, ਇੱਥੇ K ਆਇਆ, K ਤੋਂ ਬਾਅਦ L ਕਿਉਂ ਆਇਆ ਇਹ ਵੀ ਆਪਾਂ ਨੂੰ ਦੇਖਣਾ ਪਏਗਾ। ਦੇਖੋ, ਫਰਸਟ ਰੇਸ਼ੋ ਦੇ ਵਿੱਚ ਫਰਸਟ ਜੋ ਟਰਮ ਦੋ ਦਿੱਤੀਆਂ ਹੋਈਆਂ ਉਹਨਾਂ ਦੇ ਵਿੱਚ ਕੀ ਕੀਤਾ? 12 ਤੋਂ ਬਾਅਦ 13 ਆਇਆ, ਮਤਲਬ ਇੱਕ ਨੰਬਰ ਐਡ ਕੀਤਾ। ਸੈਕਿੰਡ ਜੋ ਟਰਮ ਦਿੱਤੀਆਂ ਹੋਈਆਂ ਉਹਦੇ ਵਿੱਚ K ਆਇਆ, K ਜੋ ਹੈ 11ਵਾਂ, 11 ਚ ਇੱਕ ਐਡ ਕਰਾਂਗੇ ਤਾਂ 12 ਆਏਗਾ, 12 ਨੰਬਰ ਤੇ ਕੀ ਹੈ? L, ਠੀਕ ਹੈ। ਮਤਲਬ ਪਹਿਲੀ ਦੇ ਵਿੱਚ ਇੱਕ ਐਡ ਕੀਤਾ ਔਰ ਦੂਸਰੀ ਦੇ ਵਿੱਚ ਵੀ ਇੱਕ ਐਡ ਕੀਤਾ ਸਕੁਅਰ ਰੂਟ ਨੂੰ ਕਰਕੇ। ਫਿਰ ਹੁਣ ਆਪਾਂ ਦੇਖਾਂਗੇ ਕਿ ਸੰਖਿਆ ਸਮਰੂਪਤਾ ਕੀ ਹੁੰਦੀ ਹੈ, ਉਸ ਤੋਂ ਬਾਅਦ ਆਪਾਂ ਕੁਐਸਚਨ ਸੋਲਵ ਕਰਾਂਗੇ। ਵਰਡ ਐਨਾਲੋਜੀ ਦੇ ਵਿੱਚ ਕਿਸੇ ਨੂੰ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਮੈਂ ਅਨਮਿਊਟ ਕਰਨ ਲੱਗਿਆ ਮਾਈਕ, 1 by 1 ਹੈਂਡ ਰੇਜ਼ ਕਰ ਲਿਓ। ਜ਼ਿਆਦਾ ਟਾਈਮ ਨਹੀਂ ਲਾਂਗੇ, ਫਿਰ ਕੁਐਸਚਨ ਵੀ ਇਹੋ ਜਿਹੇ ਆ ਤੁਹਾਨੂੰ ਸੋਲਵ ਕਰਨ ਤੇ ਟਾਈਮ ਲੱਗੇਗਾ। ਹੈ ਕਿਸੇ ਦਾ ਕੋਈ ਡਾਊਟ? ਮੈਸੇਜ ਆਇਆ ਸੀ ਕਿਸੇ ਦਾ, ਸਰ ਰਿਪੀਟ ਕਰ ਦਿਓ। ਕੁਲਦੀਪ, ਕੀ ਰਿਪੀਟ ਕਰਨਾ ਹੈ ਕੁਲਦੀਪ? ਨੋ ਸਰ, ਨੋ ਸਰ। ਸਰ ਯਾਰ ਜਿਸ ਚੀਜ਼ ਬਾਰੇ ਰਮਨ ਗੱਲ ਕਰ ਰਹੇ ਆ ਇੱਕ ਵਾਰੀ ਉਸ ਬਾਰੇ ਡਿਸਕਸ ਕਰ ਲਈਏ ਨਾ, ਪੇਪਰ ਬਾਰੇ ਤਾਂ ਬਾਅਦ ਚ ਵੀ ਪੁੱਛਿਆ ਜਾ ਸਕਦਾ। ਓਕੇ, ਦੇਖੋ ਅਗਰ ਤੁਸੀਂ ਐਲਫਾਬੈਟ ਨੂੰ ਸੀਕੁਐਂਸ ਦੇ ਵਿੱਚ ਯਾਦ ਰੱਖਣਾ ਸਭ ਲਈ ਮੁਸ਼ਕਿਲ ਹੈ ਕਿ S ਜੋ ਹੈ 19 ਨੰਬਰ ਤੇ ਹੈ, R ਜੋ ਹੈ 18 ਨੰਬਰ ਤੇ। ਇਸ ਲਈ ਇੱਕ ਟ੍ਰਿਕ ਹੈ ਐਲਫਾਬੈਟ ਨੂੰ ਯਾਦ ਰੱਖਣ ਦੀ, EJOTY। E ਜੋ ਹੈ 5 ਨੰਬਰ ਤੇ ਹੈ, J 10 ਨੰਬਰ ਤੇ ਹੈ, O 15 ਤੇ ਹੈ, T 20 ਤੇ ਹੈ, ਔਰ Y 25 ਤੇ ਹੈ।
ਅਜੋਟੀ ਨੂੰ ਯਾਦ ਰੱਖ ਲਓ। ਅਗਰ ਤੁਹਾਨੂੰ ਕੋਈ ਵੀ ਵਰਡ ਪੁੱਛਿਆ ਜਾਂਦਾ ਹੈ, ਮੰਨ ਲਓ ਤੁਹਾਨੂੰ ਆਈ ਪੁੱਛ ਲਿਆ ਜਾਂਦਾ ਹੈ, ਤੁਹਾਨੂੰ ਪਤਾ ਹੈ ਜੇ ਤੋਂ ਪਹਿਲਾਂ ਆਈ ਆਂਦਾ ਹੈ, ਅਗਰ ਤੁਹਾਨੂੰ ਇਹ ਟ੍ਰਿਕ ਯਾਦ ਰਹੇਗੀ ਤਾਂ ਜੇ ਚੋਂ ਇੱਕ ਘਟਾ ਦੋਗੇ ਸਿੱਧਾ ਡਾਇਰੈਕਟ ਤੁਹਾਨੂੰ ਪਤਾ ਲੱਗ ਜਾਏਗਾ ਆਈ 9 ਨੰਬਰ ਤੇ ਹੈ। ਓਕੇ, ਐਵੇਂ ਹੀ ਜੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿਊ ਕਿੰਨੇ ਨੰਬਰ ਤੇ ਹੈ, ਹੁਣ ਤੁਹਾਨੂੰ ਆਹ ਟ੍ਰਿਕ ਯਾਦ ਹੈ, ਠੀਕ ਹੈ। ਕਿਊ ਕਿੰਦੇ ਤੋਂ ਬਾਅਦ ਆਉਂਦਾ, ਉਹ ਤੋਂ ਬਾਅਦ ਆਉਂਦਾ ਹੈ, ਠੀਕ ਹੈ। ਉਹ ਜੋ ਹੈ 15 ਤੇ ਹੈ, ਉਹ ਤੋਂ ਬਾਅਦ ਪੀ ਆਂਦਾ ਹੈ 16 ਨੰਬਰ ਹੋ ਗਿਆ, ਔਰ ਕਿਊ 17 ਤੇ ਹੈ, ਠੀਕ ਹੈ। ਇਹ ਟ੍ਰਿਕ ਯਾਦ ਰੱਖ ਲਿਓ। ਓਕੇ, ਹੁਣ ਕਰਦੇ ਹਾਂ ਫਿਰ ਜੋ ਨੰਬਰ ਐਨਾਲੋਜੀ ਆ ਉਸ ਬਾਰੇ। ਨੰਬਰ ਐਨਾਲੋਜੀ ਦੇ ਵਿੱਚ ਬੇਸਿਕਲੀ ਤੁਹਾਨੂੰ ਕੀ ਯਾਦ ਰੱਖਣਾ ਪਏਗਾ, 1 ਤੋਂ ਲੈ ਕੇ 20 ਤੱਕ ਤੁਹਾਨੂੰ ਸਕੇਅਰ ਪਤਾ ਹੋਣੇ ਚਾਹੀਦੇ ਆ, 1 ਤੋਂ ਲੈ ਕੇ 20 ਤੱਕ ਜੋ ਟਰਮਸ ਆਉਂਦੀਆਂ, ਔਰ ਘੱਟੋ ਘੱਟ 1 ਤੋਂ ਲੈ ਕੇ 10 ਤੱਕ ਜੋ ਸੰਖਿਆਵਾਂ ਨੇ ਉਹਨਾਂ ਦੇ ਕਿਊਬ ਪਤਾ ਹੋਣੇ ਚਾਹੀਦੇ ਆ, ਮਤਲਬ ਘਾਣ, ਪੂਰਨ ਘਾਣ ਪਤਾ ਹੋਣੇ ਚਾਹੀਦੇ ਆ। ਮੈਂ ਲਿਖੇ ਹੋਇਆ 1 ਦਾ ਸਕੁਅਰ 1, 2 ਦਾ 4, 3 ਦਾ 9, 4 ਦਾ 16, 5 ਦਾ 25, 6 ਦਾ 36, 7 ਦਾ 49, 8 ਦਾ 64, 9 ਦਾ 81, 10 ਦਾ 100, 11 ਦਾ 121, 12 ਦਾ 144, 13 ਦਾ 169, 14 ਦਾ 196, 15 ਦਾ 225, 16 ਦਾ 256, 17 ਦਾ 279, 99 ਸੌਰੀ, 18 ਦਾ 324, 19 ਦਾ 361, 20 ਦਾ 400। ਹੁਣ 1 ਦਾ ਕਿਊਬ 1, 2 ਦਾ ਕਿਊਬ 3 ਦਾ 27, 4 ਦਾ 64, 5 ਦਾ 125, 6 ਦਾ 216, 7 ਦਾ 8 ਦਾ 512, 9 ਦਾ 729, 10 ਦਾ 1000, ਠੀਕ ਹੈ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਇਸ ਤੋਂ ਜ਼ਿਆਦਾ ਯਾਦ ਰੱਖੋਗੇ ਤਾਂ ਉਹ ਤੁਹਾਡੇ ਲਈ ਬੈਨੀਫਿਟ ਆ, ਲੇਕਿਨ ਇੰਨੇ ਤੱਕ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਇਹ ਕੰਪਲਸਰੀ ਆ, ਠੀਕ ਹੈ। ਹੁਣ ਐਗਜ਼ਾਮਪਲ ਦੇਖਦੇ ਹਾਂ ਕਿਵੇਂ ਦੇ ਇਹਦੇ ਉੱਪਰ ਕੁਐਸਚਨ ਹੁੰਦੇ ਆ ਨੰਬਰ ਐਨਾਲੋਜੀ ਉੱਪਰ। ਪਹਿਲਾ ਕੁਐਸਚਨ ਹੈ 23:10 ਡਬਲ ਰੇਸ਼ੋ 45:32। ਹੁਣ ਇਹਨਾਂ ਦੇ ਵਿੱਚ ਉਹਨਾਂ ਨੇ ਕੀ ਟ੍ਰਿਕ ਯੂਜ਼ ਕੀਤੀ, 23 ਚੋਂ 13 ਘਟਾ ਕੇ 10 ਲਿਖਤਾ, ਔਰ 45 ਚੋਂ ਵੀ 13 ਘਟਾ ਕੇ 32 ਲਿਖਤਾ, ਠੀਕ ਹੈ। ਇਹਨਾਂ ਵਿੱਚ ਕਿਉਂਕਿ ਨਾ ਹੀ ਇਹ ਕੋਈ ਕਿਸੇ ਦਾ ਸਕੁਅਰ ਰੂਟ ਬਣ ਰਿਹਾ, ਨਾ ਹੀ ਕਿਊਬ ਬਣ ਰਿਹਾ, ਸੋ ਇਹ ਤੁਸੀਂ ਇਹ ਮਾਈਂਡ ਵਿੱਚ ਰੱਖਣਾ ਹੈ। ਅਗਰ ਕੋਈ ਟਰਮਸ ਮੈਚ ਨਹੀਂ ਕਰ ਰਹੀਆਂ ਤਾਂ ਉਹਨਾਂ ਦੇ ਵਿੱਚ ਕੀ ਐਡ ਔਰ ਸਬਟਰੈਕਸ਼ਨ ਜਾਂ ਮਲਟੀਪਲਾਈਕੇਸ਼ਨ ਜਾਂ ਡਿਵਾਈਡ ਕੁਝ ਹੋ ਰਿਹਾ, ਸੋ ਇਹ ਟ੍ਰਿਕ ਵੀ ਯਾਦ ਰੱਖਣੀ ਹੈ। 23 ਵਿੱਚੋਂ 13 ਘਟਾਏ ਤਾਂ 10 ਆ ਗਿਆ, ਔਰ 45 ਵਿੱਚੋਂ 13 ਘਟਾਏ ਤਾਂ 32 ਆ ਗਿਆ, ਠੀਕ ਹੈ। ਨੈਕਸਟ ਦੇਖਦੇ ਹਾਂ 6:16 ਡਬਲ ਰੇਸ਼ੋ 9:20। ਇਹਦੇ ਵਿੱਚ ਕੀ ਟ੍ਰਿਕ ਯੂਜ਼ ਕੀਤੀ ਹੈ, ਪਹਿਲਾਂ 7 ਨੂੰ 2 ਨਾਲ ਮਲਟੀਪਲਾਈ ਕੀਤਾ, ਫਿਰ 2 ਜੋੜਤਾ 16 ਆ ਗਿਆ, ਔਰ ਫਿਰ ਕੀ ਕੀਤਾ ਦੂਸਰੀ ਟਰਮ ਦੇ ਵਿੱਚ 9 ਨੂੰ 2 ਨਾਲ ਮਲਟੀਪਲਾਈ ਕੀਤਾ ਔਰ 2 ਜੋੜਤਾ 20 ਆ ਗਿਆ, ਠੀਕ ਹੈ। ਨੈਕਸਟ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ 7 ਦਾ ਸਕੁਅਰ ਰੂਟ 49 ਹੁੰਦਾ ਹੈ, ਔਰ 14 ਦਾ 196, ਇਹ ਡਾਇਰੈਕਟ ਸਕੁਅਰ ਰੂਟ ਤੇ ਆ ਗਿਆ। ਹੁਣ ਇਹਦੇ ਵਿੱਚ ਕੀ ਕੀਤਾ, ਨੈਕਸਟ ਐਗਜ਼ਾਮਪਲ ਦੇ ਵਿੱਚ 1 ਦਾ ਕਿਊਬ 1 ਹੁੰਦਾ ਹੈ, ਔਰ 9 ਦਾ 729, ਠੀਕ ਹੈ। ਫਿਰ ਕੀ ਹੋਇਆ, ਨੈਕਸਟ ਅਗਲੇ ਕੁਐਸਚਨ ਦੇ ਵਿੱਚ 6:42 ਡਬਲ ਰੇਸ਼ੋ 9:90 ਲਿਖਿਆ ਹੋਇਆ। ਹੁਣ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, 6 ਨੂੰ ਪਹਿਲਾਂ ਸਕੁਅਰ ਕੀਤਾ, ਮਤਲਬ 6 ਦਾ ਸਕੁਅਰ 36 ਹੋ ਗਿਆ, ਪਲੱਸ 6 ਜੋੜਤਾ 42 ਹੋ ਗਿਆ। ਫਿਰ ਕੀ ਹੋਇਆ, 9 ਅਗਲੀ ਟਰਮ ਦੇ ਵਿੱਚ ਕੀ ਕੀਤਾ, 9 ਦਾ ਸਕੁਅਰ ਕੀਤਾ ਪਲੱਸ 9 ਜੋੜਤਾ, 9 ਦਾ ਸਕੁਅਰ 81 ਹੁੰਦਾ, ਔਰ ਪਲੱਸ 9 ਜੋੜਿਆ ਤਾਂ 90 ਹੋ ਗਿਆ। ਓਕੇ, ਐਵੇਂ ਦੇ ਕੁਐਸਚਨ ਆਉਂਦੇ ਆ। ਇਹਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ, ਫਿਰ ਆਪਾਂ ਕੁਐਸਚਨ ਸੋਲਵ ਕਰਦੇ ਹਾਂ। ਉਹਨਾਂ ਦੇ ਆਨਸਰ ਤੁਸੀਂ ਚੈਟ ਬਾਕਸ ਦੇ ਵਿੱਚ ਹੀ ਦੇਣਾ ਹੈ। ਹੈਂਡ ਰੇਜ਼ ਕਰ ਲਓ ਕਿਸੇ ਨੂੰ ਇਹਨਾਂ ਵਿੱਚ ਨੰਬਰ ਐਨਾਲੋਜੀ ਔਰ ਵਰਡ ਐਨਾਲੋਜੀ ਦੇ ਵਿੱਚ ਕਿਸੇ ਨੂੰ ਡਾਊਟ ਹੈ ਤਾਂ, ਸੌਰੀ ਅਲਫਾਬੈਟ ਐਨਾਲੋਜੀ ਦੇ ਵਿੱਚ। ਕੋਈ ਡਾਊਟ ਨਹੀਂ ਹੈ, ਕਰੀਏ ਫਿਰ ਸੋਲਵ। ਓਕੇ, ਫਰਸਟ ਕੁਐਸਚਨ ਹੈ ਤੁਹਾਡੇ ਲਈ, ਬੁੱਕ ਰੇਸ਼ੋ KOOB ਡਬਲ ਰੇਸ਼ੋ ਗਿਵ, ਇਹਦਾ ਆਨਸਰ ਦੇਣਾ ਕੀ ਹੋਏਗਾ ਤੁਸੀਂ ਚੈਟ ਬਾਕਸ ਦੇ ਵਿੱਚ ਹੀ ਦੇਣੇ ਆ ਆਨਸਰ, ਚੈਟ ਬਾਕਸ ਦੇ ਵਿੱਚ ਹੀ ਮੈਂ ਰੀਡ ਕਰਾਂਗਾ। ਫਰਸਟ ਆਇਆ EIVG,
ਅਜੇ ਤੱਕ ਇੱਕ ਹੀ ਆਨਸਰ ਆਇਆ, EIVG। EI ਕਿਉਂ ਆ ਰਿਹਾ? ਚਾਹਤ ਦਾ ਸਹੀ ਆਇਆ ਔਰ ਅਸ਼ਰਤ ਦਾ ਸਹੀ ਆਇਆ। ਚਾਈਨਾ ਕੱਕੜ ਦਾ ਚਾਈਨਾ ਹੈ ਜਾਂ ਚਾਈਨਾ ਹੈ? ਓਕੇ, ਇਸ ਦਾ ਰਾਈਟ ਜੋ ਆਨਸਰ ਹੈ EVIG ਆਏਗਾ, ਠੀਕ ਹੈ, ਕਿਉਂਕਿ ਬੁੱਕ ਨੂੰ ਬਿਲਕੁਲ ਉਲਟਾ ਲਿਖਿਆ ਹੋਇਆ ਹੈ। ਨੈਕਸਟ ਕੁਐਸਚਨ ਹੈ ਸੈਕਿੰਡ, 512:8। ਥਰਡ ਟਰਮ ਤੁਸੀਂ ਦੱਸਣੀ ਹੈ, ਇੱਥੇ ਕੀ ਆਏਗਾ? ਰੇਸ਼ੋ 7 ਦਿੱਤਾ ਹੋਇਆ। थ्री फोर थ्री थ्री फोर थ्री थ्री फोर थ्री। सो इज द राइट आंसर ही है 343। नेक्स्ट क्वेश्चन है 5:15 डबल रेशो 90 रेशो की आएगा? थर्ड क्वेश्चन का ਹੁਣ आंसर ਦਿਓ, ਸੈਕਿੰਡ ਦਾ ਤਾਂ ਹੋ ਗਿਆ। ਆ ਕੌਣ ਹੈ? ਅਮਰਜੋਤ 5321। ਇਹ ਕਿਸ ਦਾ ਆਨਸਰ ਦੇ ਰਹੇ ਹੋ? ਥਰਡ ਕੁਐਸਚਨ ਤਾਂ ਦੇਣਾ ਹੈ, ਫੋਰਥ ਦਾ ਕਿਉਂ ਦੇ ਰਹੇ ਹੋ? ਥਰਡ ਕੁਐਸਚਨ ਸ਼ੋ ਹੋ ਰਿਹਾ ਆ ਵਾਲਾ। डेढ़ सौ संजय ਦਾ ਆਇਆ। ਸਕਰੀਨ ਸ਼ੋ ਨਹੀਂ ਹੋ ਰਹੀ। ਸਕਰੀਨ ਸਭ ਨੂੰ ਸ਼ੋ ਨਹੀਂ ਹੋ ਰਹੀ ਕਿ ਅਨਮਿਊਟ ਕੀਤੇ ਆ ਮੈਂ? ਇੱਕ ਵਾਰੀ ਆਨਸਰ ਕਰ ਦਿਓ, ਕਿਉਂਕਿ ਮੈਸੇਜ ਆਇਆ ਸਕਰੀਨ ਸ਼ੋ ਨਹੀਂ ਹੋ ਰਹੀ। ਮੇਰੇ ਇੱਥੇ ਸ਼ਾਇਦ ਪ੍ਰੋਬਲਮ। ਤੁਸੀਂ ਮੰਜੂ ਫਿਰ ਤੋਂ ਲਿੰਕ, ਫਸਟ ਵਾਲਾ ਲਿੰਕ ਜੋ ਹੈ ਉਹ ਦਿੱਤਾ ਹੈ, ਉਹਨੂੰ ਓਪਨ ਕਰੋ, ਸ਼ਾਇਦ ਹੋ ਜਾਏਗੀ। ਜਸ਼ਨਦੀਪ ਕੌਰ ਦਾ 96 ਆ ਰਿਹਾ। ਅਰੇ ਫੋਰਥ ਤਾਂ ਮੈਂ ਪੁੱਛਿਆ ਨਹੀਂ ਯਾਰ, ਹਜੇ ਥਰਡ ਚੱਲ ਰਿਹਾ। ਥਰਡ ਦਾ ਆਨਸਰ ਹੈ 150, 150। ਫੋਰਥ ਹੁਣ ਪੁੱਛਣ ਲੱਗਿਆ 57898 ਰੇਸ਼ੋ 4687 ਡਬਲ ਰੇਸ਼ੋ। ਥਰਡ ਦਾ ਦੇਣਾ ਤੁਸੀਂ ਆਨਸਰ, ਇੱਥੇ ਕੀ ਆਏਗਾ? ਦੇਖੋ ਇਹਦੇ ਵਿੱਚ ਕੀ ਹੋਇਆ, ਪਹਿਲੀ ਨੂੰ ਤੀਜੀ ਨਾਲ ਕੀਤਾ ਹੈ, 9 ਨੂੰ 10 ਨਾਲ ਗੁਣਾ ਕੀਤਾ ਹੈ, ਔਰ 15 ਨੂੰ 10 ਨਾਲ ਗੁਣਾ ਕਰਨ ਤੇ 150 ਆਏਗਾ। ਫੋਰਥ ਦਾ ਕੀ ਆ ਰਿਹਾ ਆਨਸਰ ਤੁਹਾਡਾ? 7543। ਚਾਹਤ ਨੇ ਕਿਹਾ ਕੁਛ ਬੋਲ ਹੀ ਨਹੀਂ ਰਿਹਾ, ਨਲਾਇਕ ਬੱਚਾ। ਯਾਰ ਨਾ ਹੀ ਨਲਾਇਕ ਬੱਚਾ ਰੱਖਿਆ। ਹਾਂਜੀ, ਇਹਦਾ ਰਾਈਟ ਆਨਸਰ ਹੈ 7543। ਨੈਕਸਟ ਕੁਐਸਚਨ ਹੈ ਫਿਫਥ, ABCD। ਇਹਦੇ ਵਿੱਚ ਕੀ ਕੀਤਾ ਹੋਇਆ? ਫੋਰਥ ਦੇ ਵਿੱਚ ਜੋ ਫਰਸਟ ਟਰਮ ਦਿੱਤੀ ਹੋਈ ਹੈ, ਉਹਦੇ ਵਿੱਚੋਂ ਹਰੇਕ ਦੇ ਵਿੱਚੋਂ ਇੱਕ ਇੱਕ ਘਟਾਇਆ ਗਿਆ ਹੈ। 5 ਵਿੱਚੋਂ ਇੱਕ ਘਟਾਇਆ 4, 7 ਵਿੱਚੋਂ ਇੱਕ ਘਟਾਇਆ 6, 9 ਵਿੱਚੋਂ ਇੱਕ ਘਟਾਇਆ 8, 8 ਵਿੱਚੋਂ ਇੱਕ ਘਟਾਇਆ 7। ਐਵੇਂ ਜੋ ਟਰਮ ਇੱਥੇ ਹੋਏਗੀ ਉਹਦੇ ਵਿੱਚੋਂ ਇੱਕ ਇੱਕ ਘਟਾਉਣ ਤੇ ਇਹ ਆਏਗਾ। ਬੇਸਿਕਲੀ ਇਹਦੇ ਵਿੱਚ ਇੱਕ ਇੱਕ ਜੋੜ ਦੋ ਔਰ ਉਹ ਟਰਮ ਆ ਜਾਏਗੀ ਇੱਥੇ। ਫਿਫਥ ਕੁਐਸਚਨ ਹੈ ABCD ਰੇਸ਼ੋ BCDE ਡਬਲ ਰੇਸ਼ੋ CDEF ਤਾਂ ਕੀ ਆਏਗਾ ਇਹਦਾ ਆਨਸਰ? DEFG 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 DEFG। ਹਾਂ, ਇਹ ਤਾਂ ਸਿੰਪਲ ਹੈ ਸਭ ਲਈ। ਸੋ ਇਸ ਦਾ ਰਾਈਟ ਆਨਸਰ ਜੋ ਹੈ ਪੰਜਵੇਂ ਦਾ DEFG, ਕਿਉਂਕਿ ਇਹਨਾਂ ਨੇ ਕੀ ਕੀਤਾ ਹੋਇਆ, ਇਹਦੇ ਵਿੱਚ ਇੱਕ ਜੋੜਿਆ B, ਅੱਗੇ ਅਗਲੀ ਟਰਮ ਲਿਖੀ ਹੋਈ ਆ, A ਤੋਂ ਬਾਅਦ ਅਲਫਾਬੈਟ ਅੱਗੇ ਆਏਗਾ, ਫਿਰ C ਆਏਗਾ, ਫਿਰ ਇੱਥੇ D ਆ ਜਾਏਗਾ, ਇੱਥੇ B ਤੋਂ ਬਾਅਦ C, ਉਵੇਂ ਹੀ C ਤੋਂ ਬਾਅਦ D, D ਤੋਂ ਬਾਅਦ E ਆ ਜਾਏਗਾ, ਠੀਕ ਹੈ। ਛੇਵਾਂ ਕੁਐਸਚਨ ਹੈ ਰਾਉਂਡ ਰੇਸ਼ੋ ਫਾਊਂਡ ਡਬਲ ਰੇਸ਼ੋ ਰਾਈਟ ਕੀ ਆਏਗਾ ਉਸ ਦਾ ਆਨਸਰ?
फाइट 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 फाइट। ओके, सो इसका आंसर जो है फाइट। फाइट क्यों आ रहा है? सिर्फ आर ਦੀ ਜਗ੍ਹਾ ਤੇ ਚੇਂਜ ਕੀਤਾ ਹੋਇਆ ਐਫ, ਔਰ ਇੱਥੇ ਵੀ ਆਰ ਦੀ ਜਗ੍ਹਾ ਤੇ ਐਫ ਚੇਂਜ ਕਰਨ ਤੇ ਬਾਕੀ ਉਵੇਂ ਹੀ ਲਿਖ ਦੇਣਾ, ਠੀਕ ਹੈ। ਨੈਕਸਟ ਕੁਐਸਚਨ ਹੈ CAT ਕਿਟ ਰੇਸ਼ੋ ਕਿਟ ਕੈਟ ਡਬਲ ਰੇਸ਼ੋ ਨੰਬਰ, ਉਸ ਦਾ ਕੀ ਆਏਗਾ? ਸੱਤਵੇਂ ਦਾ ਆਨਸਰ ਦੇਣਾ ਹੁਣ। BERNUM, BERNUM। ओके, ਸੋ ਇਸਦਾ ਆਨਸਰ ਜੋ ਹੈ BERNUM। ਇਹਨਾਂ ਵਿੱਚ ਕੀ ਕੀਤਾ ਹੋਇਆ, ਜੋ ਪਿੱਛੇ ਲਿਖਿਆ ਹੋਇਆ ਉਹਨੂੰ ਫਸਟ ਵਿੱਚ ਲਿਖਤਾ, ਔਰ ਜੋ ਫਸਟ 3 ਵਰਡ ਲਿਖੇ ਹੋਏ ਆ ਉਹਨਾਂ ਨੂੰ ਬਾਅਦ ਚ ਲਿਖਤਾ, ਠੀਕ ਹੈ। ਇਹਦੇ ਵਿੱਚ ਵੀ ਐਵੇਂ ਹੋਏਗਾ, BER ਪਹਿਲੇ ਆ ਜਾਏਗਾ ਔਰ NUM ਜੋ ਹੈ ਉਹ ਪਿੱਛੇ ਚਲਾ ਜਾਏਗਾ। ਨੈਕਸਟ ਕੁਐਸਚਨ ਹੈ BCDE ਰੇਸ਼ੋ ABCD ਡਬਲ ਰੇਸ਼ੋ LOVE, ਕੀ ਆਏਗਾ ਇਸ ਦਾ ਆਨਸਰ? ਲਾਇਕ ਬੱਚਾ ਬਾਅਦ ਚ ਪੁੱਛਦਾ ਯਾਰ, 1 ਮਿੰਟ ਰੁਕ ਜਾਓ। ਸ਼ੌਰਿਆ KNUD KNUD KNUD, ਬਿੱਟੂ ਸਿੰਘ KLOV। ਮੰਜੂ 8th ਕੁਐਸਚਨ ਚੱਲ ਰਿਹਾ, 9th ਨਹੀਂ ਚੱਲ ਰਿਹਾ ਹਜੇ। ਵੋਲਿਊਮ ਨਹੀਂ ਆ ਰਹੀ, ਉਹ ਯਾਰ ਤੈਨੂੰ ਆਣੀ ਨਹੀਂ। ਕੋਈ ਨਾ, ਬੈਕ ਵੈਂਚਰ ਲਈ ਸਭ ਕੁਝ ਫ੍ਰੀ ਕਰਾਂਗੇ ਸੈੱਟ। ਵੋਲਿਊਮ ਨਹੀਂ ਆ ਰਹੀ, ਸਭ ਦੇ ਮਾਈਕ ਅਨਮਿਊਟ ਹੀ ਨੇ, ਇੱਕ ਵਾਰੀ ਕਨਫਰਮ ਕਰ ਦੋ। ਆ ਰਹੀ ਹੈ ਨਾ ਵੋਲਿਊਮ? ਓਕੇ ਓਕੇ ਓਕੇ। ਸੋ 8th ਕੁਐਸਚਨ ਤੇ ਸੀ ਨਾ ਆਪਾਂ, ਇਸ ਦਾ ਆਨਸਰ ਹੈ KNUD। ਹਾਂਜੀ, ਇਸ ਦਾ ਆਨਸਰ ਹੈ KNUD, ਠੀਕ ਹੈ। ਇਹਨਾਂ ਨੇ ਕੀ ਕੀਤਾ, ਜੋ ਆ ਟਰਮ ਦਿੱਤੀ ਹੋਈ ਹੈ ਉਹਨਾਂ ਵਿੱਚੋਂ ਇੱਕ ਇੱਕ ਘਟਾਇਆ ਹੋਇਆ, ਠੀਕ ਹੈ। ਇਹਦੇ ਵਿੱਚੋਂ ਇੱਕ ਇੱਕ L ਵਿੱਚੋਂ ਇੱਕ ਘਟਾਵਾਂਗੇ ਤਾਂ K ਫਰਸਟ ਆਏਗਾ। ਨੈਕਸਟ ਕੁਐਸਚਨ ਹੈ 100 ਰੇਸ਼ੋ 121 ਡਬਲ ਰੇਸ਼ੋ 144 ਰੇਸ਼ੋ, ਕੀ ਆਏਗਾ ਇਸ ਦਾ ਆਨਸਰ? 9 ਦਾ। 9 ਦਾ ਆਨਸਰ ਪਹਿਲਾਂ ਕਈਆਂ ਨੇ ਦੇਤਾ ਸੀ। 169 169 169। ਕ੍ਰਿਸ਼ਨਾ ਰਾਣੀ 1110 ਕਿਸ ਦਾ ਆਨਸਰ ਦੇ ਰਹੇ ਹੋ? ਅਰੇ ਪਹਿਲਾਂ 10th ਦਾ ਨਾਂ ਦਿਓ ਨਾ, ਕੁਝ ਜ਼ਿਆਦਾ ਹੀ ਫਾਸਟ ਹੋ ਯਾਰ। 9 ਦਾ 169 ਆਏਗਾ, ਠੀਕ ਹੈ। 10th ਦਾ ਕੀ ਆਏਗਾ? 11 ਰੇਸ਼ੋ 132। ਇਹਦੇ ਵਿੱਚ ਕੀ ਕੀਤਾ ਹੋਇਆ, 10 ਦਾ ਸਕੁਅਰ 11 ਦਾ ਸਕੁਅਰ 12 ਦਾ ਸਕੁਅਰ 13 ਦਾ ਸਕੁਅਰ ਜੋ ਹੈ 169 ਆਏਗਾ। 10th ਕੁਐਸਚਨ ਦਾ ਆਨਸਰ ਕੀ ਆਏਗਾ? 11 ਰੇਸ਼ੋ 132 ਡਬਲ ਰੇਸ਼ੋ 10 ਰੇਸ਼ੋ, ਕੀ ਆਏਗਾ? 110 110 110। ਓਕੇ, ਸੋ ਇਸ ਦਾ ਆਨਸਰ ਜੋ ਹੈ ਉਹ 110 ਆਏਗਾ। ਕਿਵੇਂ ਆਏਗਾ 110? ਪਹਿਲਾਂ ਕੀ ਕੀਤਾ ਹੋਇਆ ਉਹਨਾਂ ਨੇ, 11 ਦਾ ਸਕੁਅਰ ਕਰਕੇ ਉਹਦੇ ਵਿੱਚ 11 ਜੋੜਤੇ, 11 ਦਾ ਸਕੁਅਰ 121 ਪਲੱਸ 11 132 ਆ ਜਾਏਗਾ। ਇਹਦੇ ਵਿੱਚ 10 ਦਾ ਸਕੁਅਰ ਕੀ ਹੈ 100 ਪਲੱਸ 10 ਕਰਾਂਗੇ ਤਾਂ 110 ਆ ਜਾਏਗਾ, ਠੀਕ ਹੈ। ਨੈਕਸਟ ਕੁਐਸਚਨ ਹੈ ਸਟਾਰ ਰੇਸ਼ੋ RATS ਡਬਲ ਰੇਸ਼ੋ ਮਾਈਕ, ਮਾਈਕ ਦਾ ਕੀ ਆਏਗਾ? ਏਕਿਮ ਈਕਿਮ 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 ਆ ਰਿਹਾ। ਓਕੇ, ਸੋ ਇਸ ਦਾ ਰਾਈਟ ਆਨਸਰ ਇਹ ਹੈ, ਸਭ ਦੇ ਰਾਈਟ ਹੀ ਆ ਰਿਹਾ, EKIM ਆਏਗਾ, ਠੀਕ ਹੈ। ਕਿਉਂਕਿ ਇਹਨੂੰ ਉਲਟਾ ਕੀਤਾ ਹੋਇਆ, ਬਿਲਕੁਲ ਜੋ ਵਰਡ ਫਰਸਟ ਹੈ ਉਹਨੂੰ ਐਂਡ ਤੇ ਲਿਖਤਾ ਔਰ ਸੈਕਿੰਡ ਨੂੰ ਸੈਕਿੰਡ ਲਾਸਟ ਤੇ ਲਿਖਤਾ, ਠੀਕ ਹੈ। ਐਵੇਂ ਮਾਈਕ ਨੂੰ ਉਲਟਾ ਕੀਤਾ ਹੋਇਆ। ਨੈਕਸਟ ਕੁਐਸਚਨ ਹੈ 9646 ਰੇਸ਼ੋ 6313 ਡਬਲ ਰੇਸ਼ੋ 7584, ਕੀ ਆਏਗਾ ਇਸ ਦਾ ਆਨਸਰ? 12ਵੇਂ ਦਾ ਦੇਣਾ 12th ਦਾ। वन टू फाइव वन मंजू 144151 4 2 5 1
4251 4251 ਓਕੇ। ਸੋ ਇਸ ਦਾ ਰਾਈਟ ਜੋ ਆਨਸਰ ਹੈ 4251 ਹੈ। ਇਹਨਾਂ ਨੇ ਕੀ ਕੀਤਾ ਹੋਇਆ ਹੈ ਕਿ ਜੋ ਫਰਸਟ ਟਰਮ ਦਿੱਤੀ ਹੈ ਉਹਨਾਂ ਵਿੱਚੋਂ -33 ਕੀਤਾ ਹੋਇਆ। 9 ਵਿੱਚੋਂ -3 ਕੀਤਾ ਤਾਂ 6, 6 ਵਿੱਚੋਂ -3 ਕੀਤਾ ਤਾਂ 3, ਔਰ 4 ਵਿੱਚੋਂ -3 ਕੀਤਾ ਤਾਂ 1। ਠੀਕ ਹੈ, ਐਵੇਂ ਹੀ ਇਹਦੇ ਵਿੱਚੋਂ -3 ਕਰਨਾ ਹੈ। ਨੈਕਸਟ ਕੁਐਸਚਨ ਹੈ LEAP ਲੀਪ, ਰੇਸ਼ੋ ਪੇਲ, ਡਬਲ ਰੇਸ਼ੋ ਗਿਵ, ਇਸ ਦਾ ਕੀ ਆਨਸਰ ਆਏਗਾ? EVGI, ਕੋਈ ਗੱਲ ਨਹੀਂ ਮੰਜੂ, ਮਿਸਟੇਕ ਤਾਂ ਹੁੰਦੀ ਰਹਿੰਦੀਆਂ। EVGI ਓਕੇ। ਸੋ ਇਸ ਦਾ ਆਨਸਰ ਜੋ ਹੈ EVGI, ਉਹ ਕਿਵੇਂ ਆਇਆ ਸਭ ਨੂੰ ਪਤਾ ਨਾ, ਕਿਉਂਕਿ ਸਭ ਦੇ ਰਾਈਟ ਹੀ ਆਨਸਰ ਆ ਰਿਹਾ, ਦੱਸਣ ਦੀ ਲੋੜ ਹੀ ਨਹੀਂ। ਨੈਕਸਟ ਕੁਐਸਚਨ ਹੈ 16 ਰੇਸ਼ੋ 65, ਡਬਲ ਰੇਸ਼ੋ 1 ਰੇਸ਼ੋ ਕੀ ਆਏਗਾ? ਇਸ ਕੁਐਸਚਨ ਦਾ ਆਨਸਰ ਦੇਣਾ ਹੁਣ। 5555 ਸਰ 12 ਨੰਬਰ ਰਿਪੀਟ ਕਰ ਦਿਓ ਪਲੀਜ਼। ਓਕੇ ਦੀਪ, ਇੱਕ ਮਿੰਟ। 12 ਚ ਕੀ ਕੀਤਾ ਹੋਇਆ ਕਿ -3 ਕੀਤਾ ਹੋਇਆ। ਤੁਸੀਂ ਐਂ ਕਰੋ ਕਿ 3333 ਘਟਾ ਦਿਓ ਫਰਸਟ ਟਰਮ ਵਿੱਚੋਂ, ਇਹਦੇ ਵਿੱਚੋਂ ਵੀ 3333 ਘਟਾ ਦਿਓ, ਉਹੀ ਆ ਜਾਏਗਾ ਜੋ ਆਨਸਰ ਹੈ। ਸੋ 14 ਦਾ ਸਭ ਦਾ ਰਾਈਟ ਆਨਸਰ ਆ ਰਿਹਾ 5 ਆਏਗਾ ਇਸ ਦਾ। 5 ਕਿਵੇਂ ਆਏਗਾ ਇਹ ਪਤਾ ਨਾ ਸਭ ਨੂੰ। ਇਹਦੇ ਵਿੱਚ ਕੀ ਕੀਤਾ ਹੋਇਆ 16 ਨੂੰ 4 ਨਾਲ ਮਲਟੀਪਲਾਈ ਕੀਤਾ ਹੋਇਆ, 64 ਆ ਗਿਆ, +1 ਕੀਤਾ ਹੋਇਆ 65 ਆ ਗਿਆ। ਠੀਕ ਹੈ, ਐਵੇਂ ਹੀ ਇਹਦੇ ਵਿੱਚ ਕੀ ਕੀਤਾ ਹੋਇਆ, 1 ਨੂੰ 4 ਨਾਲ ਮਲਟੀਪਲਾਈ ਕਰਕੇ +1 ਕੀਤਾ ਹੋਇਆ, 5 ਆ ਜਾਏਗਾ। ਠੀਕ ਹੈ, ਨੈਕਸਟ ਕੁਐਸਚਨ ਹੈ 9 ਰੇਸ਼ੋ 810 ਡਬਲ ਰੇਸ਼ੋ 8 ਰੇਸ਼ੋ ਕੀ ਆਏਗਾ? ਓਕੇ ਜੋਤੀ 640 640 ਓਕੇ। ਮਨੋਜ ਭਗਤ ਹਾਂ ਓਕੇ 5 ਹੀ ਆਏਗਾ 14 ਨਾ। ਓਕੇ ਮੰਜੂ 70 ਕਿਵੇਂ 70 ਕਿਸ ਦਾ ਆਨਸਰ ਬੋਲ ਰਹੇ ਹੋ? 79 ਓਕੇ। ਇਸ ਦਾ ਰਾਈਟ ਜੋ ਆਨਸਰ ਹੈ 15ਵੇਂ ਦਾ ਉਹ 640 ਹੈ। ਉਹ ਕਿਵੇਂ ਆਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ। 9 ਦਾ ਸਕੇਅਰ ਕਰੋਗੇ 81 ਆ ਜਾਏਗਾ, ਉਹਨੂੰ 10 ਨਾਲ ਮਲਟੀਪਲਾਈ ਕਰਤਾ। ਠੀਕ ਹੈ, 810 ਆ ਗਿਆ। ਔਰ ਐਵੇਂ ਹੀ 8 ਦਾ ਸਕੁਅਰ ਕਰੋਗੇ ਤਾਂ 64 ਆ ਜਾਏਗਾ, ਉਹਨੂੰ 10 ਨਾਲ ਮਲਟੀਪਲਾਈ ਕਰੋਗੇ ਤਾਂ 810 ਆ ਜਾਏਗਾ। ਓਕੇ, ਕੱਲ ਆਪਾਂ ਜੋ ਇੱਕ ਟਾਈਪ ਰਹਿ ਗਈ ਆ ਉਹ ਕਰਾਂਗੇ, ਨਾਲ ਚਾਰੋਂ ਟਾਈਪ ਦੇ ਹੀ ਕੁਐਸਚਨ ਕਰਾਂਗੇ, ਕਿਉਂਕਿ 2 ਟਾਈਪ ਅੱਜ ਦੀਆਂ ਹੋ ਗਈਆਂ ਔਰ ਇੱਕ ਟਾਈਪ ਪਹਿਲਾਂ ਵਾਲੀ ਹੋ ਗਈਆਂ। ਅਗਰ ਕਿਸੇ ਦਾ ਹੁਣ ਡਾਊਟ ਹੈ ਤਾਂ ਉਹ ਪੁੱਛ ਸਕਦਾ। ਸਾਰੇ ਇਸ ਲੈਵਲ ਦੇ ਹੀ ਕੁਐਸਚਨ। ਇੱਕ ਮਿੰਟ ਕ੍ਰਿਸ਼ਨਾ ਰਾਣੀ ਦਾ ਮੈਸੇਜ ਆ ਰਿਹਾ ਕਿ ਸਰ ਇਸ ਲੈਵਲ ਦੇ ਹੀ ਕੁਐਸਚਨ ਆਣਗੇ। ਲੈਵਲ ਤਾਂ ਇਸ ਤੋਂ ਵੀ ਅਪ ਹੋ ਸਕਦਾ ਹੈ, ਇਹ ਤਾਂ ਬੇਸਿਕ ਲੈਵਲ ਆ ਨਾ। ਇੱਕ ਵਾਰੀ ਇਸ ਤੋਂ ਅਪ ਲੈਵਲ ਦੇ ਅਗਰ ਕੁਐਸਚਨ ਪਾਏ ਜਾਣਗੇ ਤਾਂ ਤੁਹਾਨੂੰ ਘੱਟੋ ਘੱਟ 1 ਮਿੰਟ ਲੱਗੇਗਾ ਸੋਲਵ ਕਰਨ ਲਈ। ਔਰ ਜ਼ੂਮ ਮੀਟਿੰਗ ਵਿੱਚ 1 ਮਿੰਟ ਦਾ ਮਤਲਬ ਹੈ 40 ਮਿੰਟ ਦੀ ਮੀਟਿੰਗ, ਸਿਰਫ 40 ਕੁਐਸਚਨ। ਸੋ ਅਗਰ ਤੁਸੀਂ 40 ਕੁਐਸਚਨ ਹੀ ਚਾਹੁੰਦੇ ਹੋ ਤਾਂ ਉਸ ਲਈ ਫਿਰ ਕੱਲ ਆਪਾਂ ਕਰ ਲਾਂਗੇ, ਕਿਉਂਕਿ ਰੀਜ਼ਨਿੰਗ ਜੋ ਹੈ ਟਾਈਮ ਲੈਂਦੀ ਆ। ਨੋ ਸਰ ਕੋਈ ਡਾਊਟ ਨਹੀਂ ਹੈ। 14ਵੇਂ ਵਿੱਚ ਕੀ ਕੀਤਾ ਹੈ, 16 ਨੂੰ 4 ਨਾਲ ਮਲਟੀਪਲਾਈ ਕੀਤਾ ਔਰ ਪਲੱਸ ਉਹਦੇ ਵਿੱਚ 1 ਐਡ ਕਰਤਾ। 16 ਨੂੰ 4 ਨਾਲ ਮਲਟੀਪਲਾਈ ਕਰਾਂਗੇ ਤਾਂ 64 ਔਰ ਪਲੱਸ 1 ਐਡ ਕਰਾਂਗੇ ਤਾਂ 65 ਆ ਜਾਏਗਾ। 1 ਨੂੰ 4 ਨਾਲ ਮਲਟੀਪਲਾਈ ਕਰਾਂਗੇ ਤਾਂ 4 ਆਏਗਾ ਔਰ ਪਲੱਸ 1 ਐਡ ਕਰਾਂਗੇ ਤਾਂ 5 ਆਏਗਾ। ਠੀਕ ਹੈ, ਇਹ 14ਵੇਂ ਦਾ। 9 ਨੂੰ 9 ਦਾ ਸਕੇਅਰ ਕਰਾਂਗੇ ਤਾਂ 81 ਆਏਗਾ, ਉਹਨੂੰ 10 ਨਾਲ ਮਲਟੀਪਲਾਈ ਕਰਾਂਗੇ ਤਾਂ 810 ਆਏਗਾ। 8 ਨੂੰ ਸਕੇਅਰ ਕਰਾਂਗੇ ਤਾਂ 64 ਆਏਗਾ, ਉਹਨੂੰ 10 ਨਾਲ ਮਲਟੀਪਲਾਈ ਕਰਾਂਗੇ ਤਾਂ 810 ਆਏਗਾ। ਓਕੇ ਸਰ ਰੈਂਕਿੰਗ ਕਰਵਾਓਗੇ? ਹਾਂ, ਜੋ ਵੀ ਰੀਜ਼ਨਿੰਗ ਦੇ ਜਿੰਨੇ ਵੀ ਟੌਪਿਕ ਆ ਸਾਰੇ ਕਰਾਵਾਂਗੇ। ਹੈਲੋ ਸਮ ਗਲਤ ਨਾ ਲਾਈਕ ਬੱਚਾ ਕੀ ਕਹਿ ਰਿਹਾ ਯਾਰ। 15 ਦਾ ਮੈਂ ਨੰਬਰ ਦਾ ਅੱਗੇ ਵਾਲਾ ਔਰ ਪਿੱਛੇ ਵਾਲਾ ਨੰਬਰ ਦੇਖਿਆ ਸੀ। ਓਕੇ ਕੋਈ ਗੱਲ ਨਹੀਂ ਮੰਜੂ।
15 ਵਿੱਚੋਂ ਸਭ ਦੇ ਰਾਈਟ 15 ਕਿੰਨੇ ਹੋਏ ਆ ਮੈਸੇਜ ਵਿੱਚ ਹੀ ਦੱਸ ਦਿਓ। ਬੋਲਿਓ ਜਾਂ ਨਾ, ਕਿਉਂਕਿ ਸਾਰੇ ਹੀ ਫਿਰ ਸ਼ੋਰ ਮਚਾਣਗੇ। ਅਮਰਜੋਤ ਕੌਰ ਦੇ 15 ਗਏ ਆ। ਹੋਰ ਕਿਸੇ ਦੇ 15 ਹੋਏ ਆ? ਚਾਹਤ ਦੇ ਵੀ 15 ਨੇ। ਉਹ ਪੁੱਛਾਂਗਾ ਮੈਂ, 1 ਮਿੰਟ ਵੇਟ ਕਰੋ ਨਾ। ਮੰਜੂ ਦੇ 14 ਗਏ ਆ ਸਰ, ਸਹੀ ਨੇ। ਓਕੇ, 14 15 14 15 10 ਤੋਂ ਪਲੱਸ ਵਾਲੇ ਹੀ ਨੇ ਮੋਸਟਲੀ। 10 ਤੋਂ ਥੱਲੇ ਵਾਲਾ ਹੈ ਕੋਈ? 10 ਤੋਂ ਥੱਲੇ ਵਾਲਾ ਹੈ ਕੋਈ? ਅਗਰ ਕੋਈ ਹੈ ਤਾਂ ਸ਼ਰਮ ਦੇ ਮਾਰੇ ਦੱਸੇਗਾ ਵੀ ਨਹੀਂ ਉਹ। ਇਹਦੇ ਵਿੱਚ ਸ਼ਰਮ ਦੀ ਗੱਲ ਨਹੀਂ ਹੈ ਕੋਈ ਵੀ। ਸੋ ਜਿੰਨਾ ਕੋ ਲੈਵਲ ਹੈ, ਹਜੇ ਬੇਸਿਕ ਹਜੇ ਕੋਈ ਸਟਾਰਟ ਹੀ ਕਰ ਰਿਹਾ ਰੀਜ਼ਨਿੰਗ, ਤਾਂ ਕੋਈ ਚੱਕਰ ਨਹੀਂ ਹੈ। ਹਾਂਜੀ, ਨਲਾਇਕ ਬੱਚਾ ਨੇ ਹੈਂਡ ਰੇਜ਼ ਕੀਤਾ ਹੋਇਆ ਕਾਫੀ ਟਾਈਮ ਤੋਂ। ਪੁੱਛ ਲਓ। ਯਾਰ ਤੁਹਾਡਾ ਮਾਈਕ ਹੀ ਨਹੀਂ ਸ਼ੋ ਹੋ ਰਿਹਾ ਨਲਾਇਕ ਬੱਚਾ ਦਾ। ਜੋਤੀ ਨੇ ਹੈਂਡ ਰੇਜ਼ ਕੀਤਾ। ਜੋਤੀ ਤੁਸੀਂ ਪੁੱਛ ਲਓ। ਮੀਟਿੰਗ ਓਵਰ ਹੋਣ ਵਾਲੀ ਆ 7 ਮਿੰਟ ਤੱਕ। 9:10 ਤੇ ਮੀਟਿੰਗ ਓਵਰ ਹੋ ਜਾਏਗੀ। ਉਹ ਇੱਕ ਮਿੰਟ ਅਰਮਨਜੋਤ, ਜੋ ਪਟਵਾਰੀ ਦਾ ਐਗਜ਼ਾਮ ਦੇ ਰਹੇ ਆ ਉਹਨਾਂ ਲਈ ਤਾਂ ਨੋਟੀਫਿਕੇਸ਼ਨ ਆ ਗਿਆ। 8 ਅਗਸਤ ਨੂੰ ਉਹਨਾਂ ਦਾ ਪੇਪਰ ਹੈ। ਐਨਟੀਡੀ ਦਾ ਇੱਕ ਵਾਰੀ ਡੇਟ ਜੋ ਹੈ ਉਹ ਐਕਸਟੈਂਡ ਕਰ ਦਿੱਤੀ ਗਈ ਹੈ। ਫਾਰਮ ਫਿਲ ਦੀ ਵੀ ਡੇਟ ਉਹਨਾਂ ਨੇ ਐਕਸਟੈਂਡ ਕੀਤੀ ਹੈ। ਸੋ ਅਗਰ ਤੁਸੀਂ ਨੋਟੀਫਿਕੇਸ਼ਨ ਪੜਿਆ ਤਾਂ ਅਗਸਤ ਦੇ ਆਸ-ਪਾਸ ਹੀ ਹੋਏਗਾ ਪੇਪਰ ਐਨਟੀਡੀ ਦਾ ਵੀ। ਮੋਸਟਲੀ ਜਿੰਨੇ ਵੀ ਐਗਜ਼ਾਮ ਹੋਣਗੇ ਪੰਜਾਬ ਦੇ ਅਗਸਤ ਦੇ ਆਸ-ਪਾਸ ਹੀ ਹੋਣਗੇ, ਅਗਸਤ ਸਤੰਬਰ ਦੇ ਵਿੱਚ। ਹਾਂਜੀ ਸ਼ੀਨਮ। ਹਾਂਜੀ ਸ਼ੀਨਮ, ਅਨਮਿਊਟ ਕਰੋ ਆਪਣਾ ਮਾਈਕ। ਸ਼ੀਨਮ ਨੇ ਹੈਂਡ ਰੇਜ਼ ਕੀਤਾ ਹੈ। ਸ਼ੀਨਮ ਕੁੱਕੜ। ਹਾਂਜੀ ਅਰਮਨਜੋਤ। 8 ਨੰਬਰ। 8 ਨੰਬਰ ਦੇ ਵਿੱਚ ਕੀ ਹੈ ਕਿ ਜੋ ਜੋ ਆ ਟਰਮ ਦਿੱਤੀ ਹੋਈ ਹੈ ਨਾ, ਔਰ ਦੂਸਰੀ ਟਰਮ ਦਿੱਤੀ ਹੋਈ ਹੈ। ਬੀ ਚੋਂ ਇੱਕ ਘਟਾਵਾਂਗੇ ਤਾਂ ਏ ਆ ਜਾਏਗਾ, ਔਰ ਸੀ ਚੋਂ ਇੱਕ ਘਟਾਵਾਂਗੇ। ਇੱਕ ਸੀ ਤੋਂ ਪਹਿਲਾਂ ਕੀਵਰਡ ਆਂਦਾ, ਬੀ ਆਂਦਾ, ਔਰ ਡੀ ਤੋਂ ਪਹਿਲਾਂ ਸੀ ਆਂਦਾ, ਈ ਤੋਂ ਪਹਿਲਾਂ ਡੀ ਆਂਦਾ। ਉਹ ਲਿਖਿਆ ਹੋਇਆ। ਅਗਰ ਤੁਸੀਂ ਇਹ ਨਹੀਂ ਸਮਝ ਰਹੇ ਤਾਂ ਇਹਨੂੰ ਲੈ ਕੇ ਚੱਲ ਲਓ ਸੈਕਿੰਡ ਟਰਮ ਨੂੰ। ABCD ਦਿੱਤਾ ਹੋਇਆ ਨਾ, ਤੇ ਇਹਨੂੰ ਇਸ ਤਰ੍ਹਾਂ ਇਸ ਵੇ ਨਾਲ ਲੈ ਕੇ ਚੱਲੋ। A ਤੋਂ ਬਾਅਦ B ਆ ਰਿਹਾ, B ਤੋਂ ਬਾਅਦ C ਆ ਰਿਹਾ, C ਤੋਂ ਬਾਅਦ D ਆ ਰਿਹਾ, ਔਰ D ਤੋਂ ਬਾਅਦ E ਆ ਰਿਹਾ। ਓਕੇ, ਈਜ਼ੀ ਵੇ ਹੈ। ਲਖਵਿੰਦਰ ਕੌਰ, ਦੀਪ ਸਰ ਕਿੰਨੇ ਦਿਨ ਹੋ ਗਏ ਕਲਾਸ ਲੱਗਦੀ ਨੂੰ? ਕਲਾਸ ਲੱਗਦੀ ਨੂੰ ਤਾਂ ਕਾਫੀ ਟਾਈਮ ਹੋ ਗਿਆ ਯਾਰ, ਪਰ ਰੀਜ਼ਨਿੰਗ ਦੀ ਅੱਜ ਦੂਸਰੀ ਕਲਾਸ ਹੈ। ਫਸਟ ਟਾਈਮ ਰੀਜ਼ਨਿੰਗ ਕੀਤੀ ਹੈ ਜੀ ਬਹੁਤ। ਕੱਲ ਕਲਾਸ ਨਹੀਂ ਲਗਾਈ ਮੈਂ, ਕੱਲ ਮੈਂ ਲਗਾਈ ਨਹੀਂ ਕਲਾਸ। ਪਰਸੋਂ ਕਲਾਸ ਸੀ ਨਾ ਰੀਜ਼ਨਿੰਗ ਦੀ ਫਸਟ। ਫਸਟ ਟਾਈਮ ਰੀਜ਼ਨਿੰਗ ਬਹੁਤ ਕਲੀਅਰ ਤੇ ਗੁੱਡ ਸਮਝ ਆਈ ਹੈ। ਓਕੇ ਲਖਵਿੰਦਰ ਕੌਰ, ਸਰ ਕੱਲ ਵਾਲਾ ਟੌਪਿਕ ਦੱਸ ਦਿਓਗੇ ਜੋ ਤੁਸੀਂ ਕੱਲ ਜੋ ਟੌਪਿਕ ਕਰਾਇਆ ਉਹ ਰੀਜ਼ਨਿੰਗ ਦਾ ਫਰਸਟ ਪਾਰਟ ਸੀ। ਉਹ ਵੀਡੀਓ ਅਪਲੋਡ ਹੋ ਜਾਏਗੀ। ਸਰ 3 ਰਿਪੀਟ ਕਰ ਦਿਓ। ਸਰ ਟਾਈਮਿੰਗ ਕੀ ਹੁੰਦੀ ਹੈ? ਟਾਈਮਿੰਗ ਇਹੀ ਹੁੰਦੀ ਹੈ 8:30 ਤੋਂ 9:30। ਟਾਈਮਿੰਗ ਚੇਂਜ ਨਹੀਂ ਹੋਏਗੀ। ਹੁਣ ਜੋ ਟਾਈਮਿੰਗ ਹੋਣਾ ਹੈ ਉਹੀ ਰਹੇਗੀ। ਥਰਡ ਕੁਐਸਚਨ ਰਿਪੀਟ ਕਰਨਾ ਹੈ ਨਾ, ਕਿਸੇ ਨੇ ਕਿਹਾ ਸੀ। ਇਹਦੇ ਵਿੱਚ ਕੀ ਕੀਤਾ ਹੋਇਆ ਕਿ ਜੋ 9 ਹੈ ਉਹਨੂੰ 10 ਨਾਲ ਮਲਟੀਪਲਾਈ ਕੀਤਾ ਤਾਂ 90 ਆ ਜਾਏਗਾ। 15 ਨੂੰ ਮਲਟੀਪਲਾਈ 10 ਨਾਲ ਕਰਾਂਗੇ ਤਾਂ 150 ਆ ਜਾਏਗਾ। ਓਕੇ, ਇਹਦੇ ਵਿੱਚ ਆ ਕੰਡੀਸ਼ਨ ਹੈ। ਜਿਨ੍ਹਾਂ ਨੇ ਫਰਸਟ ਵੀਡੀਓ ਵੇਖੀ ਹੈ ਉਹਦੇ ਵਿੱਚ ਮੈਂ ਦੱਸਿਆ ਹੋਇਆ ਕਿ ਕਿਵੇਂ ਕੁਐਸਚਨ ਪੁੱਛੇ ਜਾਂਦੇ ਆ। ਸੋ ਇਹ ਜੋ ਨਹੀਂ ਲਗਾਉਂਦੇ ਉਹਨਾਂ ਲਈ ਤਾਂ ਫਿਰ ਹੋਣਾ ਹੀ ਹੈ ਦਿੱਕਤ। ਹਾਂਜੀ ਸ਼ੀਨਮ, ਹੈਂਡ ਰੇਜ਼ ਕਰ। ਫਸਟ ਟਾਈਮ ਜੋ ਹੋਈ ਸੀ ਉਹ ਪਰਸੋਂ ਮੀਟਿੰਗ ਹੋਈ ਸੀ, ਜੂਮ मीटिंग। आज सेकंड क्लास हो रही। पॉलिटी हिस्ट्री और कुछ भी करवाया था, अभी मुझे माइंड में नहीं आ रहा। पॉलिटी करवाई थी। हाँ हाँ, ऑल। लिंक ग्रुप में यूट्यूब वीडियो का लिंक मिल जाएगा आपको। वीडियो यूट्यूब पे चलती, मतलब आप यूट्यूब पे करवाते थे या ज़ूम पे?
नहीं, मीटिंग जूम मीटिंग लेता हूँ और जो जूम मीटिंग होती है वो मैं अपलोड कर देता हूँ यूट्यूब पे, क्योंकि काफी सारे लोग अटेंड नहीं करते ना। सो उनके लिए हो जाता है। हाँ, आपने किस ग्रुप से ज्वाइन किया है? ओके, और वहीं पे मिल जाएगा वैसे आपको लिंक, अगर आपने ज्वाइन किया तो। हाँ जी। जो एनसीईआरटी ਦੀ ਕੀਤੀ ਸੀ, ਗਿਸਟ ਆਫ एनसीईआरटी। ਲక్ష్ਮੀਕਾਂਤ ਦੀ ਪੰਜਾਬੀ ਵਿੱਚ ਬੁੱਕ ਆਈ ਨਹੀਂ ਹੈ। ਲక్ష్ਮੀਕਾਂਤ ਦੀ ਬੁੱਕ ਪੰਜਾਬੀ ਵਿੱਚ ਆਈ ਨਹੀਂ ਹੈ। ਹਿੰਦੀ ਔਰ ਇੰਗਲਿਸ਼ ਵਿੱਚ ਹੀ ਅਵੇਲੇਬਲ ਹੈ ਲక్ష్ਮੀਕਾਂਤ। ਹਿੰਦੀ ਵਿੱਚ ਮੈਂ ਪਾਈ ਸੀ, ਉਹ ਕਾਪੀਰਾਈਟ ਮਿਲ ਗਿਆ ਔਰ ਬੁੱਕ ਹੀ ਉਹਨਾਂ ਨੇ ਡਿਲੀਟ ਕਰਤੀ। ਮੈਂ ਕਿਸੇ ਨੂੰ ਸੈਂਡ ਵੀ ਕੀਤੀ ਸੀ ਉਹ, ਬਟ ਉਹ ਕਾਪੀਰਾਈਟ ਮਿਲ ਗਿਆ ਬੁੱਕ ਨੂੰ।